ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਜੈ ਮਸੀਹ ਦੀ। ਬ੍ਰਦਰ ਕਵਾਲ ਜੀ, ਪਰਮੇਸ਼ਰ ਦਾ ਸ਼ੁਕਰ ਕਰਦੇ ਆ। ਅੱਜ ਮੇਰੇ ਭਰਾ, ਵੱਡੇ ਭਰਾ ਗੁਰਸ਼ਰਨ, ਇਹ ਵੀ ਨੇ ਮੇਰੇ ਨਾਲ ਸਾਡੇ ਆਪਣੇ ਮੌਜੂਦ ਹਨ ਜੀ। ਤੇ ਆਪਾਂ ਬਾਈਬਲ ਸਟੱਡੀ ਕਰਨ ਲੱਗੇ ਹੈਗੇ ਆ ਪਾਣੀ ਦਾ ਬਪਤਿਸਮਾ ਲੈਣਾ ਦੇ ਬਾਰੇ। ਹਾਂਜੀ, ਠੀਕ ਹੈ ਜੀ। ਤੇ ਪਾਣੀ ਦਾ ਬਪਤਿਸਮਾ ਕਿਉਂ ਲੈਂਦੇ ਆ ਮਸੀਹ, ਤੇ ਕਿਉਂ ਲੈਣਾ ਜ਼ਰੂਰੀ ਹੈਗਾ, ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ, ਇਹੋ ਜਿਹੀਆਂ ਗੱਲਾਂ ਆਪਾਂ ਠੀਕ ਹੈ ਸਰ। ਪਾਣੀ ਦੇ ਬਪਤਿਸਮੇ ਦੇ ਬਾਰੇ। ਹਾਲੇਲੂਇਆ। ਹਾਂਜੀ, ਯਾਨੀ ਵਚਨ, ਪ੍ਰਭੂ ਦਾ ਵਚਨ ਕੀ ਕਹਿੰਦਾ, ਵਚਨ ਕੀ ਕਹਿੰਦਾ ਹੈ। ਠੀਕ ਹੈ ਜੀ। ਹਾਂਜੀ, ਤੇ ਜਿਸ ਤਰ੍ਹਾਂ ਤੁਸੀਂ ਸਮਝਦੇ ਹੋ ਸ਼ੁਰੂ ਕਰ ਦਿਓ। ਹਾਂਜੀ ਜੀ। ਤੇ ਹਾਂਜੀ, ਪਹਿਲਾਂ ਤਾਂ ਇਹ ਦੱਸੋ ਜੀ, ਪਾਣੀ ਦਾ ਬਪਤਿਸਮਾ ਕੀ ਹੈ। ਓਕੇ। ਹਾਂਜੀ, ਪਾਣੀ ਦਾ ਬਪਤਿਸਮਾ ਜਿਹੜਾ ਹੈ ਨਾ, ਇਹਦੇ ਲਈ ਯੂਨਾਨੀ ਜਾਂ ਗ੍ਰੀਕ ਵਰਡ ਜਿਹੜਾ ਹੈ ਉਹਨੂੰ ਕਹਿੰਦੇ ਨੇ ਬੈਪਟਿਜ਼ੋ। ਓਕੇ ਜੀ। ਕੀ ਕਹਿੰਦੇ? ਬੈਪਟਿਜ਼ੋ। ਬੈਪਟਿਜ਼ੋ ਦਾ ਮਤਲਬ ਹੁੰਦਾ ਹੈ ਕਿ ਰੰਗਣਾ, ਜਾਂ ਉਹਨੂੰ ਕਿਸੇ ਚੀਜ਼ ਦੇ ਵਿੱਚ, ਕਿਸੇ ਮਤਲਬ ਹੈ ਕਿ ਕਿਸੇ ਚੀਜ਼ ਨੂੰ ਲੈ ਕੇ ਪਾਣੀ ਡੁਬੋ ਕੇ ਕੱਢ ਲੈਣਾ। ਰੰਗਣੇ ਤੋਂ ਮੁਰਾਦ ਇਹ, ਜਿਸ ਤਰ੍ਹਾਂ ਬਹੁਤ ਪਹਿਲੇ ਤੁਸੀਂ ਇੱਕ ਮਿਸਾਲ ਦਿੱਤੀ ਸੀ ਕਿ ਕੱਪੜਾ, ਜਿਸ ਤਰ੍ਹਾਂ ਕੋਈ ਕੱਪੜੇ ਨੂੰ ਰੰਗਾਣਾ ਹੈ ਜੀ, ਤੇ ਉਹ ਰੰਗ ਕਰਨੇ ਜਾਂ ਰੰਗ ਸਾਜ਼ ਕੋਲ ਖੜੋ ਤੇ ਉਹਨੂੰ ਪੂਰਾ ਡੁਬੋ ਕੇ ਤੇ ਫਿਰ ਕੱਢਣਾ। ਜਿਹੜੀ ਚੀਜ਼ ਬਾਹਰ ਰਹਿ ਗਈ ਉਹ ਰੰਗ ਉਹਦੇ ਤੇ ਨਹੀਂ ਚੜੂਗਾ। ਸੋ ਬੈਪਟਿਜ਼ਮ ਦਾ ਇਹ ਮਤਲਬ ਹੈ ਕਿ ਰੰਗਣਾ, ਡੁਬੋਣਾ, ਇਹ ਵੀ ਇਹਦਾ ਬੈਪਟਿਜ਼ਮ ਦਾ ਬੈਪਟਿਜ਼ਮ ਮਤਲਬ। ਹਾਂਜੀ ਹਾਂਜੀ, ਡੁਬੋ ਦੇਣਾ। ਹਾਂਜੀ ਜੀ, ਤੇ ਡੁਬੋ ਕੇ ਕੱਢ ਲੈਣਾ। ਕੱਢ ਲੈਣਾ। ਹਾਂ ਜੀ, ਠੀਕ ਹੈ ਜੀ। ਤੇ ਇਹ ਆਪਣੇ ਜੀ ਆਪਣੇ ਆਪਾਂ ਪੜ੍ਹ ਸਕਦੇ ਹੈਗੇ ਆ, ਅਗਰ ਚਾਹੋ ਵਚਨ ਵੀ ਕੁਛ ਵਿੱਚ ਯਿਸੂ ਮਸੀਹ ਨੇ ਵੀ ਕਿਹਾ ਹੈਗਾ ਜੀ ਕੁਛ ਇਹਦੇ ਬਾਰੇ। ਹਾਂਜੀ, ਪ੍ਰਭੂ ਯਿਸੂ ਮਸੀਹ ਨੇ ਤੇ ਜਦੋਂ ਉਹਨਾਂ ਦੇ ਰਸੂਲ ਉਹਨਾਂ ਚੁਣੇ, ਚੇਲੇ ਚੁਣੇ, ਤੇ ਫਿਰ ਉਹਨਾਂ ਨੂੰ ਕਹਿਣ ਲੱਗਾ ਹੁਣ ਤੁਸੀਂ ਬਾਹਰ ਜਾ ਕੇ ਪ੍ਰਚਾਰ ਕਰੋ। ਔਰ ਉਹ ਮਤੀ 28 ਦੀ 19 ਤੇ 20 ਆਇਤ ਦੇ ਵਿੱਚ, ਤੇ ਮਰਕਸ, ਸੰਤ ਮਰਕਸ 16 ਦੀ 15 ਆਇਤ ਦੇ ਵਿੱਚ, ਠੀਕ ਹੈ। ਇਹ ਇੱਕ ਪ੍ਰਭੂ ਯਿਸੂ ਮਸੀਹ ਨੇ ਹੁਕਮ ਦਿੱਤਾ। ਇੱਕ ਇਹਦਾ ਹੁਕਮ ਹੈ ਯਿਸੂ ਮਸੀਹ ਦਾ, ਬਈ ਕਿਉਂ ਲੈਣਾ ਚਾਹੀਦਾ ਹੈ। ਪਹਿਲੇ ਤੇ ਇਹ ਹੈ ਨਾ। ਸੋ ਜੇ ਆਇਤਾਂ ਤੁਸੀਂ ਬਈ ਜੀ ਪੜ੍ਹ ਦਿਓ ਤੇ ਸਵਾਲ ਇਹ ਵੀ ਕਿਉਂ ਲੈਣਾ ਜੀ, ਐਵੇਂ ਮੇਰਾ ਮਤਲਬ ਹੈ। ਸੋ ਇਹ ਹੀ ਇੱਕ ਗੱਲ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਮਰਕਸ ਨਹੀਂ, ਮਤੀ ਪਹਿਲੇ, ਮੈਥਿਊ ਚੈਪਟਰ 28 ਵਰਸ 19 ਤੇ 20। ਮਤੀ 28 ਦੀ 19 ਵੀ। ਹਾਂਜੀ, ਲਿਖਿਆ ਹੈ ਜੀ, ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਠੀਕ ਹੈ। ਅਤੇ ਉਹਨਾਂ ਨੂੰ ਸਿਖਾਓ ਕਿ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਸੋ ਜੀ, ਪਹਿਲੇ ਚੇਲੇ ਬਣਨਾ ਹੈ। ਚੇਲਾ ਕਿੰਝ ਬਣਦਾ ਹੈ ਕਿ ਉਹ ਬੰਦਾ ਪਾਪਾਂ ਦਾ ਪਛਤਾਵਾ ਕਰਦਾ ਹੈ ਕਿ ਜੀ ਮੈਂ ਪਾਪੀ, ਮੇਰੇ ਪਾਪਾਂ ਦੀ ਖਾਤਰ ਪ੍ਰਭੂ ਯਿਸੂ ਮਸੀਹ ਮੇਰੀ ਖਾਤਰ ਸੂਲੀ ਚੜੇ ਜਾਂ ਪੂਰੇ ਜਗਤ ਲਈ ਚਲੇ, ਤੇ ਮਾਰੇ ਗਏ, ਦਫਨ ਹੋਏ, ਗਾੜੇ ਗਏ, ਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜਿੰਦੇ ਹੋ ਗਏ। ਤੇ ਇਹ ਇੱਕ ਰੋਮੀਓ 10 ਦੀ 9 ਤੇ 10 ਦੇ ਮੁਤਾਬਿਕ ਇੱਕ ਕਨਫੈਸ਼ਨ ਜਾਂ ਇਕਰਾਰ ਹੈ। ਹਾਂ, ਠੀਕ ਹੈ। ਤੇ ਕੀ ਯਿਸੂ ਮਸੀਹ ਨੇ ਵੀ ਬਪਤਿਸਮਾ ਲਿਆ ਜੀ? ਦੇਖੋ, ਪ੍ਰਭੂ ਯਿਸੂ ਮਸੀਹ ਨੇ ਮਤੀ, ਸੰਤ ਮਤੀ, ਹਾਂਜੀ 3 ਦੀ 13 ਤੋਂ ਅਗਰ ਅਸੀਂ 16 ਆਇਤ ਦੇ ਵਿੱਚ ਪੜ੍ਹੀਏ ਕਿ ਪ੍ਰਭੂ ਯਿਸੂ ਮਸੀਹ ਨੇ ਕਿਉਂ ਬਪਤਿਸਮਾ ਲਿਆ, ਉਹ ਇਸ ਲਈ ਸੀ ਕਿ ਯਹੂਦੀ ਕੌਮ ਦੇ ਵਿੱਚ ਜਿਹੜਾ ਖਿਦਮਤ ਕਰਨਾ ਚਾਹੁੰਦਾ ਸੀ ਉਹਦੇ ਲਈ ਇਹ ਰਿਕੁਆਇਰਮੈਂਟ ਸੀ, ਕਿਉਂਕਿ ਬਪਤਿਸਮਾ ਤੇ ਉਹਨੂੰ ਲੋੜ ਹੀ ਨਹੀਂ ਸੀ ਲੈਣ ਦੀ। ਅੱਛਾ, ਇਹ ਫਿਰ ਜਦੋਂ ਪ੍ਰਭੂ ਯਿਸੂ ਮਸੀਹ ਯਹੂਨਾ ਬਪਤਿਸਮਾ ਦੇਣ ਵਾਲੇ ਕੋਲ ਆਏ, ਮਤੀ ਕੀ ਦੱਸਿਆ 3 ਦੀ 16, 3 ਦੀ 13 ਤੋਂ 16, ਠੀਕ ਹੈ। ਤੇ ਉਹਨੂੰ ਯਹੂਨਾ ਨੇ ਵੇਖਿਆ, ਉਹਨੇ ਕਿਹਾ ਯਾਰ, ਤੇ
ਪ੍ਰਭੂ ਯਿਸੂ ਨੂੰ ਕਹਿੰਦੇ ਮੈਂ ਤੇਰੀ ਜੁੱਤੀਆਂ ਚੁੱਕਣ ਦੇ ਕਾਬਲ ਨਹੀਂ ਗਾ, ਹਾਂਜੀ। ਤੇ ਚਾਹੀਦਾ ਕਿ ਮੈਂ ਤੇਰੇ ਕੋਲ ਬਪਤਿਸਮਾ ਲਾਂ ਹੈ। ਤੇ ਉੱਥੇ ਪ੍ਰਭੂ ਯਿਸੂ ਮਸੀਹ ਨੇ ਇੱਕ ਗੱਲ ਕੀਤੀ। ਉਹਨਾਂ ਕਿਹਾ ਗੱਲ ਇਹ ਹੈ ਕਿ ਸਾਨੂੰ ਧਾਰਮਿਕਤਾ ਦੇ ਕੰਮ ਨੂੰ ਪੂਰਾ ਕਰਨਾ ਹੈ। ਸੋ ਇਹ ਧਰਮ ਦੀ ਗੱਲ ਸੀ ਜਿਹੜੀ, ਜੇ ਵਰਨਾ ਅਗਰ ਪ੍ਰਭੂ ਯਿਸੂ ਮਸੀਹ ਬਪਤਿਸਮਾ ਨਾ ਲੈਂਦੇ ਉਹ ਯਹੂਦੀ ਕੌਮ ਵਿੱਚ ਪ੍ਰਚਾਰ ਨਹੀਂ ਸਨ ਕਰ ਸਕਦੇ। ਠੀਕ ਹੈ। ਨਾਲੇ ਅਸੀਂ ਇਹ ਦੇਖ ਰਹੇ, ਨੰਬਰ 1 ਕਿ ਪ੍ਰਭੂ ਯਿਸੂ ਮਸੀਹ ਦਾ ਹੁਕਮ ਹੈ। ਮਤੀ ਫਿਰ ਦੁਹਰਾ ਲੈਂਦੇ ਆ 28 ਦੀ 19-20, ਮਰਕਸ 16 ਦੀ 15। ਹਾਂਜੀ। ਤੇ ਇਹ ਅੱਗੇ ਫਿਰ ਇਹ ਧਾਰਮਿਕਤਾ ਨੂੰ ਪੂਰਾ ਕਰਨਾ ਹੈ। ਮਤੀ 3 ਦੀ 15-6 ਧਾਰਮਿਕਤਾ ਰਾਈਚਸਨੈਸ ਨੂੰ ਪੂਰਾ ਕਰਨਾ ਹੈ। ਤੇ ਤੀਜੀ ਗੱਲ ਇਹ ਸੀ ਕਿ ਪ੍ਰਭੂ ਯਿਸੂ ਮਸੀਹ ਨੇ ਬੜਾ ਹੀ ਜ਼ਬਰਦਸਤ ਸਵਾਲ ਹੈ ਕਿ ਉਹਦੇ ਪਿਤਾ ਯਾਨੀ ਪਿਤਾ ਪਰਮੇਸ਼ਵਰ ਦਾ ਹੁਕਮ ਸੀ। ਇਹ ਦੇਖੋ ਨਾ, ਆਗਿਆਕਾਰੀ ਲਈ ਲਿਆ। ਸੋ ਉਹ ਅਗਰ ਤੁਸੀਂ ਪੜ੍ਹ ਦੋ ਲੂਕਾ 7 ਦੀ ਜਿਹੜੀ ਹੈ ਨਾ ਉਹ 30 ਤੇ 31 ਆਇਤ ਵਿੱਚ ਹੈ ਨਾ। ਲੂਕਾ 7 ਦੀ ਪੜ੍ਹਦੇ ਹੋ ਜੀ, 30 ਤੇ 30 ਆਇਤ ਪੜ੍ਹ ਦਿਓ। ਹਾਂਜੀ 30 ਪੜ੍ਹਦੇ ਹੋ। 30 ਆ ਪੜ੍ਹਦੇ, 30 ਹੈਗੀ ਜੀ। ਇਹ ਇਸ ਲਈ ਕਿ ਪਰਮੇਸ਼ਵਰ ਦਾ ਹੁਕਮ ਹੈ। ਹਾਂਜੀ ਹਾਂਜੀ 29-30 ਪੜ੍ਹ ਦਿਓ। ਹਾਂਜੀ 29-30 ਆ ਇੱਥੋਂ ਪੜ੍ਹਦੇ। ਇਹ ਕੀ ਪੜ੍ਹ ਲਗੇ ਜੀ ਕਿ ਇਹ ਪਿਤਾ ਪਰਮੇਸ਼ਵਰ ਦਾ ਹੁਕਮ ਹੈ। ਹਾਂਜੀ, ਜਿਹੜਾ ਯਿਸੂ ਪੂਰਾ ਇਹ ਵੀ ਕਰਨਾ ਸੀ ਜੀ। ਪਲੀਜ਼। ਸੰਤ ਲੂਕਾ ਦੀ 7:29 ਅਤੇ ਸਭਨਾਂ ਲੋਕਾਂ ਨੇ ਜਦ ਸੁਣਿਆ ਅਤੇ ਮਸੂਲੀਆਂ ਨੇ ਵੀ ਯੂਹੰਨਾ ਦਾ ਬਪਤਿਸਮਾ ਲੈ ਕੇ ਪਰਮੇਸ਼ਰ ਨੂੰ ਸੱਚਾ ਮੰਨਿਆ। ਪਰ ਫਰੀਸੀਆਂ ਅਤੇ ਸ਼ਰਾਂ ਨੂੰ ਦੇ ਸਿਖਾਉਣ ਵਾਲਿਆਂ ਨੇ ਉਸ ਕੋਲੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ਰ ਲਈ ਜੁਗਤ ਨੂੰ ਟਾਲ ਦਿੱਤਾ। ਇਹ ਜੁਗਤ ਨੂੰ ਪੂਰਾ ਕਰਨਾ ਸੀ, ਲੇਕਿਨ ਉਹ ਦੱਸ ਰਹੇ ਨੇ ਮਹਿਸੂਲ ਲੈਣ ਵਾਲਿਆਂ ਨੇ ਗੁਨਾਹਗਾਰ ਸਨ ਤੇ ਉਹਨਾਂ ਨੇ ਲੈ ਲਿਆ, ਲੇਕਿਨ ਜਿਹੜੇ ਆਗੂ ਨੇ ਉਹਨਾਂ ਨਾ ਲੈ ਕੇ ਪਰਮੇਸ਼ਵਰ ਦੇ ਪਰਪਸ ਜਾਂ ਮਕਸਦ ਜਾਂ ਇਰਾਦੇ ਨੂੰ ਬਾਤਲ ਕਰ ਦਿੱਤਾ ਜਾਂ ਪੂਰਾ ਨਹੀਂ ਕੀਤਾ। ਸੋ ਇਸ ਲਈ ਵੀ ਬਪਤਿਸਮਾ ਯਿਸੂ ਨੇ ਲਿਆ। ਗੱਲ ਉਹਦੀ ਹੋ ਰਹੀ ਹੈ। ਫਿਰ ਯਿਸੂ ਨੇ ਸਾਨੂੰ ਵੀ ਦੱਸਿਆ ਹੈ। ਅੱਛਾ, ਫਿਰ ਅੱਗੋਂ ਦੇਖੋ ਕਿਉਂ ਲੈਣਾ ਹੈ। ਉਹ ਯਿਸੂ ਤੇ ਖੁਦ ਹੀ ਨਮੂਨਾ ਦੇਣ ਡਿਆ ਹੈ ਨਾ। ਮਤੀ 3 ਦੀ 13 ਤੋਂ 16 ਜਿਹੜੀ ਆਪਾਂ ਅੱਗੇ ਦੇਖੀ ਹੈ। ਅੱਛਾ, ਫਿਰ ਜਿਹੜੇ ਚੇਲੇ ਸਨ ਉਹ ਵੀ ਇਹ ਉਹਨਾਂ ਦੀ ਵੀ ਟੀਚਿੰਗ ਸੀ, ਤਾਲੀਮ ਸੀ ਹੈ ਨਾ। ਇਸ ਲਈ ਬਪਤਿਸਮਾ ਲੈਣਾ ਹੈ ਕਿਉਂਕਿ ਇਹ ਦੇਖ ਲਓ ਚੇਲਿਆਂ ਦੇ ਕਰਤੱਵ ਦੇ ਵਿੱਚ ਤੁਸੀਂ ਦੇਖ ਲਓ ਤੇ ਉਹਦੀ ਚੇਲਿਆਂ ਦੇ ਕਰਤੱਵ 2 ਦੀ 38 ਦੇ ਵਿੱਚ ਵੇਖ ਲਓ 38 ਦੇ ਵਿੱਚ ਕਿ ਪਤਰਸ ਕਲਾਮ ਸੁਣਾ ਰਿਹਾ ਤੇ ਕਲਾਮ ਜਿਹੜਾ ਹੈ ਵਚਨ ਇਹ ਥੋੜਾ ਵੇ ਉਹ ਸੱਟ ਲਾਂਦਾ ਤੇ ਉਹਨੇ ਵਚਨ ਇਹ ਖੁਸ਼ਖਬਰੀ ਦੱਸੀ ਤੇ ਉਹ ਇਸ ਲਈ ਉਹਨਾਂ ਦੇ ਦਿਲਾਂ 'ਚ ਸੱਟ ਲੱਗੀ ਤੇ ਉਹਨਾਂ ਕਿਹਾ ਭਾਈਓ ਕੀ ਕਰਨਾ ਹੈ। ਉਹਨਾਂ ਕਿਹਾ ਕਰਨਾ ਕੀ ਜੇ, ਆਪਣੇ ਪਾਪਾਂ ਤੋਂ ਪਛਤਾਪ ਕਰੋ, ਤੌਬਾ ਕਰੋ ਤੇ ਯਿਸੂ ਮਸੀਹ ਦੇ ਨਾਂ 'ਚ ਬਪਤਿਸਮਾ ਲਓ ਤੇ ਫਿਰ ਤੁਹਾਨੂੰ ਪਵਿੱਤਰ ਆਤਮਾ ਦਾਨ ਵਿੱਚ ਮਿਲੇਗਾ। ਠੀਕ ਹੈ। ਸੋ ਇਹ ਉਹ ਕਾਰਨ ਨੇ ਜਿਹੜੀ ਕਿ ਪ੍ਰਭੂ ਯਿਸੂ ਨੇ ਵੀ ਨਮੂਨਾ ਦਿੱਤਾ, ਪਿਤਾ ਪਰਮੇਸ਼ਵਰ ਦਾ ਵੀ ਇੱਕ ਯੋਜਨਾ ਸੀ ਜਾਂ ਇਰਾਦਾ ਸੀ। ਇੱਕ ਤੇ ਇਹ ਵਜ੍ਹਾ। ਬਿਲਕੁਲ ਜੀ। ਆਪਾਂ 2 ਦੀ 38 ਤੁਸੀਂ ਕਿਹਾ ਨਾ ਜੀ। ਹਾਂਜੀ ਹਾਂਜੀ। ਰਸੂਲਾਂ ਦੇ ਕਰਤੱਵ 2 ਦੀ 38। ਹਾਂਜੀ ਜੀ। ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੌਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੋ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਹਾਲੇਲੂਇਆ। ਹਾਂਜੀ ਠੀਕ ਹੈ ਜੀ। ਹਾਂਜੀ, ਜਿਹੜੇ ਮਤਲਬ ਕਿ ਜਿਹੜੇ ਇੱਥੇ ਆਪਾਂ ਦੇਖਦੇ ਹੈਗੇ ਜੀ, ਜਿਹੜੇ ਯਿਸੂ ਤੇ ਵਿਸ਼ਵਾਸ ਕਰਦੇ ਹੈਗੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਪਾਣੀ ਦਾ ਬਪਤਿਸਮਾ ਲਓ। ਹਾਂ। ਤੇ ਵਿਸ਼ਵਾਸ ਬਿਨਾਂ ਬਪਤਿਸਮਾ ਲੈਣ ਦਾ ਕੋਈ ਫਾਇਦਾ ਨਹੀਂ, ਭਾਵੇਂ ਉਹ ਕਿੰਨੇ ਬਪਤਿਸਮੇ ਲੈ। ਅੱਛਾ, ਇਹ ਬਪਤਿਸਮਾ ਹੈਗਾ ਕੀ? ਇਹ ਜੋ ਅਸੀਂ ਇਕਰਾਰ ਕਰਨੇ ਆ, ਪਾਪਾਂ ਦਾ ਪਛਤਾਪ ਕਰਨੇ ਆ ਤੇ ਕੀ ਕਹਿੰਦੇ ਆ ਰੋਮੀਓ 10 ਦੀ 9 ਤੇ 10 ਆਇਤ ਵਿੱਚ ਕਿ ਮੈਂ ਪਾਪੀ, ਮੇਰੀ ਖਾਤਰ ਪ੍ਰਭੂ ਯਿਸੂ ਮਸੀਹ ਸੂਲੀ ਉੱਤੇ ਚੜੇ, ਮਾਰੇ ਗਏ, ਦਫਨ ਹੋਏ ਹੈ। ਅਸੀਂ ਵਿਸ਼ਵਾਸ ਦਿਲ ਨਾਲ ਲਿਆਉਂਦੇ ਹਾਂ, ਇਕਰਾਰ ਮੂੰਹ ਨਾਲ ਕਰਦੇ ਹਾਂ। ਅੱਛਾ,
ਇਹ ਬਪਤਿਸਮਾ ਕੀ ਹੈ ਜਿਹੜਾ ਖੁਸ਼ਖਬਰੀ ਹੈ, ਉਹਦਾ ਜਿਹੜੀ ਖੁਸ਼ਖਬਰੀ ਨੂੰ ਅਸੀਂ ਲੈ ਲਿਆ, ਯਾਨੀ ਅੰਦਰੂਨੀ ਕਿਰਪਾ ਹੋ ਗਈ, ਇਨਰ ਗ੍ਰੇਸ, ਉਹਦਾ ਆਊਟਰ ਸਾਈਨ ਇਹ ਵੇ ਕਿ ਕੀ ਕਰਨੇ ਆ, ਖੁਸ਼ਖਬਰੀ ਹੈ ਕੀ ਹੈ। ਸੋ ਪਹਿਲਾ ਕਰੰਥੀਆਂ 15 ਦੀ 1 ਤੋਂ 4 ਵਿੱਚ ਇਹ ਖੁਸ਼ਖਬਰੀ ਦੱਸਿਆ ਕੀ ਹੈ। ਹਾਂ, ਪ੍ਰਭੂ ਯਿਸੂ ਮਸੀਹ ਦੇ ਜਿਹੜੇ ਚਮਤਕਾਰ ਨੇ ਉਹ ਵੀ ਬਿਆਨ ਕਰੋ, ਲੇਕਿਨ ਖੁਸ਼ਖਬਰੀ ਇਹ ਵੇ, ਸ਼ੁਭ ਸਮਾਚਾਰ ਇਹ ਵੇ ਕਿ ਪ੍ਰਭੂ ਯਿਸੂ ਮਸੀਹ ਸਾਡੇ ਤੇ ਦੁਨੀਆ ਦੀ ਖਾਤਰ ਆਇਆ, ਉਹਨਾਂ ਦੀ ਤੇ ਸਾਡੇ ਪਾਪਾਂ ਦੀ ਖਾਤਰ ਮਰਿਆ, ਦਫਨ ਹੋਇਆ, ਤੀਜੇ ਦਿਨ ਮੁਰਦਿਆਂ ਵਿੱਚੋਂ ਜ਼ਿੰਦਾ ਹੋਇਆ। ਇਹ ਜਿਹੜੀ ਅਸੀਂ ਮੂੰਹੋਂ ਬੋਲਿਆ ਸੀ, ਉਹਦਾ ਹੁਣ ਆਊਟਰ ਸਾਈਨ ਰੋਮੀਓ 6 ਬਾਬ ਵਿੱਚ ਅਸੀਂ ਕਰ ਰਹੇ ਹਾਂ। ਠੀਕ ਹੈ ਕਿ ਜਦੋਂ 6 ਬਾਬ ਉਹਦੀਆਂ ਪਹਿਲੀਆਂ 6 ਆਇਤਾਂ ਦੇ ਵਿੱਚ ਕਿ ਜਦੋਂ ਅੱਛਾ ਹੁਣ ਬਪਤਿਸਮੇ 'ਚ ਕੀ ਹੈ, ਉਹ ਜਿਹੜਾ ਅਸੀਂ ਵਿਸ਼ਵਾਸ ਲਿਆ ਕਿ ਸਾਡੇ ਅੰਦਰ ਅੰਦਰੂਨੀ ਕਿਰਪਾ ਹੋ ਗਈ ਹੈ, ਉਹਦਾ ਅਸੀਂ ਇੱਕ ਪਬਲਿਕ ਡਿਕਲੇਰੇਸ਼ਨ ਕਰ ਰਹੇ ਹਾਂ, ਭਾਈ ਦੱਸ ਰਹੇ ਹਾਂ ਲੋਕਾਂ ਨੂੰ ਕਿ ਜਦੋਂ ਪਾਣੀ 'ਚ ਖਲੋਨੇ ਆ ਅਸੀਂ ਇਹ ਸ਼ੋਅ ਕਰਨੇ ਆ ਜੇ ਯਿਸੂ ਸਾਡੀ ਖਾਤਰ ਸੂਲੀ ਚੜਿਆ, ਤੇ ਫਿਰ ਪਾਣੀ ਦੇ ਅੰਦਰ ਜਾਈਦਾ ਜੇ ਯਿਸੂ ਮਰਿਆ, ਮੈਂ ਉਹਨੂੰ ਪੂਰਾ ਕਰ, ਉਹ ਇਕਰਾਰ ਦੀ। ਤੇ ਫਿਰ ਜਦੋਂ ਪਾਣੀ ਤੋਂ ਉੱਤੇ ਆਉਂਦੇ ਆ ਤੇ ਕਹਿੰਦੇ ਆ ਨਵੀਂ ਜ਼ਿੰਦਗੀ, ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਮੁਰਦਿਆਂ 'ਚੋਂ ਜ਼ਿੰਦਾ ਹੋਏ, ਉਹਨਾਂ ਦਾ ਬਦਨ ਕੀ ਸੀ ਜੀ, ਗਲੋਰੀਫਾਈਡ ਜਲਾਲੀ ਬਦਨ। ਇੰਝ ਹੀ ਅਸੀਂ ਜਦੋਂ ਪਾਣੀ ਤੋਂ ਉੱਤੇ ਆ ਜਾਂਦੇ ਆ, ਅਸੀਂ ਉਹੀ ਚੀਜ਼ ਜਿਹੜੀ ਮੂੰਹੋਂ ਅਸੀਂ ਤੇ ਦਿਲੋਂ ਵਿਸ਼ਵਾਸ ਲਿਆਂਦਾ, ਮੂੰਹੋਂ ਇਕਰਾਰ ਕੀਤਾ, ਉਹਦਾ ਇਹ ਬਪਤਿਸਮਾ ਇਹ ਹੀ ਹੈ। ਹੁਣ ਦੇਖੋ, ਜਦੋਂ ਮਾਨੀ ਜੇ ਲਿਆ ਯਿਸੂ ਨੂੰ ਤੇ ਉਹਦਾ ਫਿਰ ਡਰਿਲ ਕਰਦੇ ਆ ਤੇ ਲੋਕ ਸੋਚਦੇ ਉਹ ਸਾਨੂੰ ਚੰਗੀ ਜ਼ਿੰਦਗੀ ਬਸਰ ਕਰਨੀ। ਭਾਈ ਜੀ, ਗੱਲ ਇਹ ਹੈ, ਜਦੋਂ ਯਿਸੂ ਨੇ ਸਾਨੂੰ ਢੂੰਡਿਆ, ਅਸੀਂ ਤੇ ਗੁਨਾਹਾਂ 'ਚ ਹੀ ਸਨ, ਤੇ ਇਹ ਰੁਕਣਾ ਨਹੀਂ ਚਾਹੀਦਾ, ਇਹ ਇੱਕ ਐਲਾਨ ਹੈ ਜਿਹੜਾ ਕਰਨਾ ਚਾਹੀਦਾ। ਠੀਕ ਹੈ ਜੀ। ਹਾਂਜੀ, ਆਪਾਂ ਦੇਖ ਲਿਆ ਜੀ ਬਪਤਿਸਮਾ ਕਿਉਂ ਲੈਣਾ। ਇੱਕ ਤਾਂ ਹੈਗਾ ਯਿਸੂ ਦਾ ਹੁਕਮ ਹੈਗਾ ਆ, ਉਹ ਯਿਸੂ ਨੇ ਕਿਹਾ ਜਾ ਕੇ ਇਸ ਤਰ੍ਹਾਂ ਬਪਤਿਸਮਾ ਦਿਓ ਮੇਰੇ ਹੁਕਮਾਂ 'ਤੇ ਚੱਲਣ ਸਾਰੇ ਨਾਲ। ਸਹੀ। ਤੇ ਦੂਸਰਾ ਆਪਾਂ ਦੇਖ ਲਿਆ ਵੀ ਆਪਾਂ ਉਹ ਵਿਸ਼ਵਾਸ ਦਾ, ਯਿਸੂ ਦਾ ਵਿਸ਼ਵਾਸ ਦਾ ਇਜ਼ਹਾਰ ਕੀਤਾ ਦੁਨੀਆ ਦੇ ਵਿੱਚ, ਹੁਣ ਮੈਂ ਯਿਸੂ ਦੇ ਮਗਰ ਚੱਲਦਾ ਹਾਂ। ਹਾਲੇਲੂਇਆ। ਇਹ ਵੀ ਜ਼ਰੂਰੀ ਹੈਗਾ, ਕਿਉਂਕਿ ਯਿਸੂ ਨੇ ਇਹ ਵੀ ਕਿਹਾ ਆ ਜਿਹੜਾ ਮੇਰਾ ਇੱਕ ਇਜ਼ਹਾਰ ਨਹੀਂ ਕਰਦਾ, ਮੇਰਾ ਇਕਰਾਰ ਨਹੀਂ ਕਰਦਾ, ਤੇ ਫਿਰ ਜਦੋਂ ਫਰਿਸ਼ਤਿਆਂ ਦੇ ਕੋਲ ਆਉਣਾ ਤੇ ਮੈਂ ਵੀ ਫਿਰ ਸ਼ਰਮਾਉਂਦੇ ਬਪਤਿਸਮਾ ਨਹੀਂ ਲੈਂਦੇ, ਕਈ ਲੋਕਾਂ ਨੂੰ ਪਤਾ ਲੱਗ ਜਾਏਗਾ, ਤੇ ਉਹ ਕਹਿੰਦਾ ਫਿਰ ਜੇ ਕੋਈ ਮੇਰੇ ਤੋਂ ਕੋਈ ਸ਼ਰਮਾਉਂਦਾ ਤੇ ਫਿਰ ਮੈਂ ਵੀ ਜਿਹੜਾ ਲੋਕਾਂ ਸਾਹਮਣੇ ਮੇਰਾ ਇਕਰਾਰ ਕਰੇਗਾ ਮੈਂ ਪਿਤਾ ਅੱਗੇ ਕਰਾਂਗਾ, ਜਿਹੜਾ ਲੋਕਾਂ ਸਾਹਮਣੇ ਮੇਰਾ ਇਕਰਾਰ ਨਹੀਂ ਕਰੇਗਾ ਮੈਂ ਵੀ ਪਿਤਾ ਅੱਗੇ। ਸੋ ਇਹ ਇੱਕ ਦੇਖੋ, ਪ੍ਰਭੂ ਯਿਸੂ ਮਸੀਹ ਨੇ ਜਦੋਂ ਸਾਡੀ ਤੇ ਕੁੱਲ ਸੰਸਾਰ ਦੇ ਪਾਪਾਂ ਲਈ ਜਾਨ ਦਿੱਤੀ, ਉਹ ਕਿਸੇ ਕੋਨੇ ਤੇ ਨਹੀਂ ਦਿੱਤੀ, ਯਰੂਸ਼ਲਮ ਦੇ ਬਾਹਰ ਪਹਾੜੀ ਗਲਗੱਤਾ ਖੋਪੜੀ ਦੇ ਮੁਕਾਮ ਤੇ ਸਾਰੇ ਵੇਖਦੇ ਸਨ, ਕੋਈ ਲੁਕੋ ਕੇ ਨਹੀਂ ਦਿੱਤੀ, ਸਾਹਮਣੇ ਦਿੱਤੀ ਹੈ। ਠੀਕ ਹੈ ਜੀ। ਹਾਂਜੀ। ਤੇ ਫਿਰ ਤੀਸਰਾ ਆਪਾਂ ਇਹ ਵੀ ਦੇਖ ਸਕਦੇ ਹੈਗੇ ਆ ਜੀ, ਜਿੱਦਾਂ ਯਿਸੂ ਮਸੀਹ ਨੇ ਬਪਤਿਸਮਾ ਲਿਆ ਜਦੋਂ ਉਹਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਜਦੋਂ 30 ਸਾਲ ਦੇ ਸਕੇ। ਹਾਂਜੀ। ਫਿਰ ਆਪਾਂ ਦੇਖ ਸਕਦੇ ਹੈਗੇ ਜੀ ਪੌਲੁਸ ਨੇ, ਸੌਲ ਨੇ, ਜਿਹੜਾ ਫਿਰ ਬਾਅਦ ਚ ਪੌਲੁਸ ਬਣ ਗਿਆ, ਬਿਲਕੁਲ ਠੀਕ ਹੈ, ਉਹਨੂੰ ਵੀ ਉਹਨੇ ਵੀ ਹਨਨਿਆ ਜਿਹੜਾ ਜਾਜਕ ਸੀ, ਉਹਨੇ ਜੇ ਕਹੋ ਆਪਾਂ ਪੜ੍ਹਦੇ ਨੇ ਜੀ ਆਪਣਾ ਚੇਲਿਆਂ ਦੇ ਕਤਬ 22 ਦੀ ਉਹਦੇ ਵਿੱਚ ਹੈ ਨਾ ਜੀ, ਜੇ ਆਪਾਂ ਉਹਦੇ ਵਿੱਚ ਤੁਹਾਨੂੰ ਪਤਾ ਹੀ ਆਪਾਂ ਨੂੰ ਨਾ। ਹਾਂ, ਬਿਲਕੁਲ ਉਹ ਪੜੋ। ਹਾਂਜੀ। ਕਿਉਂਕਿ ਜਦੋਂ ਉਹ ਅੰਨ੍ਹਿਆ ਹੋ ਗਿਆ ਨਾ, ਹਾਂਜੀ, ਨਜ਼ਰ ਨਹੀਂ ਸੀ ਆ ਰਿਹਾ, ਤੇ ਫਿਰ 3 ਦਿਨ ਇੰਜੀ ਸੀ, ਤੇ ਫਿਰ ਇੱਕ ਜਾਜਕ ਸੀ ਹਨਨਿਆ। ਹਾਂਜੀ। ਉਹ ਪਵਿੱਤਰ ਆਤਮਾ ਨੇ ਉਹਨੂੰ ਕਿਹਾ ਗੱਲ ਇਹ ਹੈ ਹਾਂਜੀ, ਉਹਦੇ ਤੇ ਹੱਥ ਰੱਖ, ਦੁਆ ਕਰ, ਉਹਦੀ ਅੱਖਾਂ ਵਿੱਚੋਂ ਛਿਲਕੇ ਡਿੱਗਣਗੇ, ਤੇ ਹੈਨਾ। ਹਾਂ, 10 ਆਇਤਾਂ 6 ਤੋਂ 16 ਪੜ੍ਹ ਸਕਦੇ। ਹਾਲੇਲੂਇਆ। ਹਾਂ, ਇਹ ਹੈਗਾ ਜੀ ਰਸੂਲਾਂ ਦੇ ਕਰਤੱਵ 22 ਦੀ 6। ਤੇ ਇਹ ਇਉਂ ਹੋਇਆ ਕਿ ਜਾਂ ਮੈਂ ਤੁਰਦੇ ਤੁਰਦੇ ਦਮਸ਼ਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰ ਦੇ ਵੇਲੇ ਚੁਪਹਿਰੇ ਅਚਾਨਕ ਆਕਾਸ਼ ਵੱਡੀ ਜੋਤ ਚਮਕੀ ਅਤੇ ਮੈਂ ਜ਼ਮੀਨ ਉੱਤੇ ਡਿੱਗ ਪਿਆ, ਅਤੇ ਇੱਕ ਆਵਾਜ਼ ਸੁਣੀ ਜੋ ਮੈਨੂੰ ਆਖਦੀ ਹੈ ਕਿ ਹੇ ਪੌਲਸ ਤੇ ਸੌਲਸ ਤੂੰ
ਮੈਨੂੰ ਕਿਉਂ ਸਤਾਉਣਾ ਹੈ? ਸਾਊਲ, ਹਾਂਜੀ। ਤੇ ਤਦ ਮੈਂ ਉੱਤਰ ਦਿੱਤਾ, ਪ੍ਰਭੂ ਜੀ ਤੂੰ ਕੌਣ ਹੈ? ਵਾਹ। ਉਸਨੇ ਮੈਨੂੰ ਆਖਿਆ, ਮੈਂ ਯਿਸੂ ਨਾਸਰੀ ਹਾਂ, ਜਿਹਨੂੰ ਤੂੰ ਸਤਾਉਂਦਾ ਹੈ। ਅਤੇ ਉਸਨੇ ਜੋ ਮੇਰੇ ਨਾਲ ਸਨ ਤੇ ਜੋਤ ਤਾਂ ਵੇਖੀ, ਪਰ ਉਸ ਦੀ ਆਵਾਜ਼ ਜੋ ਮੇਰੇ ਸੰਗ ਬੋਲਦਾ ਸੀ ਨਾ ਸੁਣੀ। ਫਿਰ ਮੈਂ ਕਿਹਾ, ਹੇ ਪ੍ਰਭੂ, ਮੈਂ ਕੀ ਕਰਾਂ? ਤਾਂ ਪ੍ਰਭੂ ਨੇ ਮੈਨੂੰ ਆਖਿਆ, ਤੂੰ ਉੱਠ ਕੇ ਦਮਸ਼ਕ ਵੱਲ ਜਾ ਅਤੇ ਸਭ ਗੱਲਾਂ ਜੋ ਤੇਰੇ ਕਰਨ ਦੇ ਲਈ ਠਹਿਰਾਈਆਂ ਹੋਈਆਂ ਹਨ, ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ। ਕਿਆ ਬਾਤ ਹੈ। ਜਾਂ ਮੈਂ ਉਸ ਜੋਤ ਤੇ ਤੇਜ ਕਰਕੇ ਵੇਖ ਨਾ ਸਕਿਆ ਤੇ ਆਪਣੀਆਂ ਸਾਥੀਆਂ ਦੇ ਹੱਥ ਫੜੀਆਂ ਦਮਸ਼ਕ ਵਿੱਚ ਆਇਆ। ਅਤੇ ਇੱਕ ਮਨੁੱਖ ਹਨਨੀਆ ਸ਼ਾਹ ਨਾਮੇ, ਜੋ ਸਰਾਂ ਦੇ ਰੀਤ ਮਜੂ ਭਗਤ ਲੋਕ ਸੀ ਅਤੇ ਸਾਰੇ ਯਹੂਦੀਆਂ ਵਿੱਚ ਜਿਹੜੇ ਉੱਥੇ ਰਹਿੰਦੇ ਸਨ ਨੇਕ ਨਾਮ ਸੀ, ਤਾਂ ਮੇਰੇ ਕੋਲ ਆਇਆ ਅਤੇ ਉਸ ਦੇ ਕੋਲ ਖੜੇ ਹੋ ਕੇ ਮੈਨੂੰ ਆਖਿਆ, ਭਾਈ ਸੌਲਸ, ਸੁਜਾਖਾ ਹੋ ਜਾ। ਤੇ ਉਸ ਵੇਲੇ ਮੈਂ ਉਹਦੇ ਉੱਤੇ ਨਜ਼ਰ ਕੀਤੀ। ਉਹ ਬੋਲਿਆ, ਸਾਡੇ ਵੱਡਿਆਂ ਦੇ ਪਰਮੇਸ਼ਰ ਨੇ ਤੈਨੂੰ ਠਹਿਰਾਇਆ ਹੈ, ਜੇ ਤੂੰ ਉਹਦੀ ਮਰਜ਼ੀ ਨੂੰ ਜਾਣੇ ਅਤੇ ਉਸੇ ਧਰਮੀ ਨੂੰ ਵੇਖੇ ਅਤੇ ਉਸ ਦੇ ਮੂੰਹ ਦਾ ਸ਼ਬਦ ਸੁਣੇ। ਕਿਉਂਕਿ ਜੋ ਉਸ ਦੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਤੇ ਉਹਨਾਂ ਗੱਲਾਂ ਦਾ ਗਵਾਹ ਹੋਵੇਗਾ ਜਿਹੜੀਆਂ ਤੂੰ ਵੇਖੀਆਂ ਅਤੇ ਸੁਣੀਆਂ ਹਨ। ਹੁਣ ਤੂੰ ਕਿਉਂ ਢਿੱਲ ਕਰਦਾ ਹੈ? ਉੱਠ ਅਤੇ ਉਸ ਦਾ ਨਾਮ ਲੈਂਦਿਆਂ ਹੋਇਆ ਬਪਤਿਸਮਾ ਲੈ ਤੇ ਆਪਣੇ ਪਾਪ ਧੋ ਸੁੱਟ। ਬਿਲਕੁਲ ਠੀਕ ਹੈ। ਤੇ ਇੱਥੇ ਵੀ ਉਹਨੇ ਕਿਹਾ ਵੀ ਜਿਹੜੀਆਂ ਗੱਲਾਂ ਤੈਨੂੰ ਠਹਿਰਾਈਆਂ ਤੇਰੇ ਨਾਲ ਜਿਹੜੀਆਂ ਕਰਨੀਆਂ, ਭਈ ਤੂੰ ਉੱਠ ਬਪਤਿਸਮਾ ਲੈ, ਢਿੱਲ ਨਾ ਕਰ। ਹਾਂਜੀ, ਤੇ ਇਹ ਬਹੁਤ ਜ਼ਰੂਰੀ ਹੈਗਾ। ਹਾਂਜੀ, ਜੋ ਕੁਛ ਵੀ ਹੈ ਨਾ, ਬਹੁਤ ਤੇ ਕਿਉਂਕਿ ਸਵਾਲ ਇਹ ਪੈਦਾ ਹੋ ਰਿਹਾ ਕਿ ਪਹਿਲੇ ਹੀ ਜਦੋਂ ਉਹਦੇ ਤੇ ਲਿਸ਼ਕਾਰਾ ਪਿਆ ਜਾਂ ਕੀ ਉੱਥੇ ਲਿਖਿਆ, ਤੇ ਉਹਨੇ ਫਿਰ ਕਿਹਾ, ਆਏ ਖੁਦਾਵੰਦ, ਉਹਨੇ ਆਪਣਾ ਪ੍ਰਭੂ ਮੰਨ ਲਿਆ। ਬਿਲਕੁਲ ਠੀਕ ਹੈ। ਤੇ ਫਿਰ ਜਾ ਕੇ ਬਪਤਿਸਮਾ। ਸੋ ਪਹਿਲੀ ਚੀਜ਼ ਕਿ ਉਹਨੂੰ ਪ੍ਰਭੂ ਮੰਨਣਾ ਹੈ। ਬਿਲਕੁਲ ਜੀ। ਫਿਰ ਆਪਾਂ ਇਹ ਵੀ ਦੇਖ ਸਕਦੇ ਹਾਂ ਜੀ, ਜਿਹੜਾ ਬਪਤਿਸਮਾ ਹੈ ਉਹ ਕੀ ਦਰਸਾਉਂਦਾ? ਜਿੱਦਾਂ ਕਿਹਾ ਨਾ ਵੀ ਸਾਡੇ ਪਾਪਾਂ ਦੇ ਧੋਏ ਜਾਣੇ ਨੂੰ ਦਰਸਾਉਂਦਾ ਹੈ ਜੀ। ਕਹਿੰਦਾ ਹੈ ਨਾ ਉੱਠ ਜੀ। ਉਹ ਤੇ ਫਿਰ ਤੁਸੀਂ ਜੀ, ਉਹ ਪਤਰਸ ਵਿੱਚ ਹੈ ਕਿ ਇਹ ਬਪਤਿਸਮਾ ਜਿਹੜਾ ਹੈਗਾ ਨਾ, ਇਹ ਖਾਲੀ ਮੈਲ ਸ਼ੈਲ ਦੂਰ ਕਰਨ ਲਈ ਨਹੀਂ। ਠੀਕ ਹੈ। ਇਹ ਇੱਕ ਆਗਿਆਕਾਰੀ ਦੀ ਵੀ ਗੱਲ ਹੈ। ਹਾਂ, ਔਰ ਇਹ ਪਾਪਾਂ ਦੇ ਧੋਤੇ ਜਾਣ ਨੂੰ ਦਰਸਾਉਂਦਾ ਹੈਗਾ। ਫਿਰ ਜਦੋਂ ਪਾਣੀ ਜਾਂਦੇ ਦਰਸਾਉਂਦਾ ਹੁਣ ਅਸੀਂ ਪਿੱਛੇ ਮਰ ਗਏ ਹੈਗੇ ਆ। ਹਾਂਜੀ, ਤੇ ਫਿਰ ਇਹ ਦਰਸਾਉਂਦਾ ਹੈਗਾ ਆ ਆਪਣੇ, ਆਪਾਂ ਪੜ੍ਹ ਵੀ ਸਕਦੇ ਹੈਗੇ ਕਿ ਇਹ ਦਰਸਾਉਂਦਾ ਹੈਗਾ ਪੀਣ ਨੂੰ ਦਰਸਾਉਂਦਾ ਹੈਗਾ। ਹਾਂਜੀ, ਡਰਿੰਕਿੰਗ ਗॉड्स ਹੋਲੀ ਸਪਿਰਿਟ ਨੂੰ। ਹਾਂਜੀ, ਤੇ ਆਪਾਂ ਦੇਖ ਸਕਦੇ ਹੈਗੇ ਆ ਦੂਜਾ ਗ੍ਰੰਥੀਆਂ ਆਪਣੇ ਚੇਲਿਆਂ ਦੇ ਕਰਤੱਵ 2:38, ਉਹ ਵੀ ਦੇਖ ਲਓ। ਹਾਂਜੀ, ਪੜ੍ਹ ਲਓ ਜੀ। ਸੋ ਇਹ ਬੜਾ ਹੀ ਜ਼ਰੂਰੀ ਹੈ ਕਿ ਉਹ ਜਿਹੜਾ ਸੀ ਨਾ ਪਹਿਲਾ ਪਤਰਸ 3:21 ਆਇਤ, ਕਿ ਖਾਲੀ ਇਹ ਵੀ ਇੱਕ ਇੰਪੋਰਟੈਂਟ ਆਇਤ ਹੈ, ਇਹ ਵੀ ਪੜ੍ਹਾ ਦਿਓ। ਪਹਿਲਾ ਪਤਰਸ 3:21। ਹਾਂਜੀ, ਉਹ ਵੀ ਪੜ੍ਹ ਦਾਂਗੇ ਜੀ। ਹਾਂਜੀ, ਆਪਣੇ 38 ਪੜ੍ਹਨ ਲੱਗੇ ਸਰ। ਰਸੂਲਾਂ ਦੀ ਕਰਤੱਵ 2:38। ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੌਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੋ, ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਹਾਲੇਲੂਇਆ। ਤੇ ਇਹ ਪਵਿੱਤਰ ਆਤਮਾ ਦੇ ਦਾਨ ਦੇ ਲਈ, ਬਪਤਿਸਮੇ ਦੇ ਲਈ ਰਾਸਤਾ ਖੋਲ੍ਹਦਾ ਹੈ ਜੀ। ਬਿਲਕੁਲ ਜੀ। ਹਾਂ, ਅੱਛਾ, ਇਹਦੇ ਲਈ ਇੱਕ ਹੋਰ ਗੱਲ ਹੈ। ਹਾਂਜੀ, ਬਹੁਤ ਅੱਛੀ ਗੱਲ ਹੈ। ਇੱਥੇ ਇਹ ਸੀਕੁਐਂਸ ਹੈ ਚੇਲਿਆਂ ਦੇ ਕਰਤੱਵ 10 ਜਦੋਂ ਕੁਰਨੀਲੀਅਸ ਗੈਰ ਕੌਮਾਂ 'ਚੋਂ ਕ੍ਰਿਸਚਨ ਹੋਇਆ, ਤੇ ਤੁਹਾਨੂੰ ਪਤਾ ਹੀ ਹੈ ਕਿ ਉਹ ਕੁਰਨੀਲੀਅਸ ਨੂੰ ਕਿਹਾ ਗਿਆ, ਉੱਥੇ ਯਾਫਾ ਇੱਕ ਜਗ੍ਹਾ, ਉੱਥੇ ਪਤਰਸ ਹੈਗਾ,
ਉਹਦੇ ਕੋਲ ਜਾਓ ਤੇ ਉਹ ਆਏਗਾ ਤੇ ਤੁਹਾਨੂੰ ਵਚਨ ਦੱਸੇਗਾ, ਤੁਸੀਂ ਮੁਕਤੀ ਪ੍ਰਾਪਤ ਕਰੋਗੇ, ਸਾਰਾ ਕੁਝ। ਤੇ ਉਹ ਇਹ ਹੁੰਦਾ ਹੈ ਕਿ ਜਦੋਂ ਪਤਰਸ ਆਉਂਦਾ ਹੈ ਆਪਣੇ ਨਾਲ ਹੋਰ 5 ਜਿਹੜੇ ਜਿਊਜ਼ ਨੇ, ਕ੍ਰਿਸਚਨ ਹੋਏ, ਔਰ ਉੱਥੇ ਫਿਰ ਉਹ ਵਚਨ ਸੁਣਾਉਂਦਾ ਹੈ, ਠੀਕ ਹੈ, ਵਚਨ ਸੁਣਾਉਂਦਾ ਹੈ ਤੇ ਉਹਦੇ ਬਾਅਦ ਹੀ ਪਵਿੱਤਰ ਆਤਮਾ ਦਾ ਬਪਤਿਸਮਾ ਹੋ ਜਾਂਦਾ ਹੈ। ਤੇ ਉਹ ਜਿਹੜੇ ਯਹੂਦੀ ਕ੍ਰਿਸਚਨ ਜਿਹੜੇ ਹੋਏ ਸਨ ਉਹ ਕਹਿਣ ਲੱਗੇ ਆ ਕੀ ਹੋ ਗਿਆ, ਅਸੀਂ ਤੇ ਇਹ ਕਹਿ ਰਹੇ ਸਾਂ ਕਿ ਤੌਬਾ ਕਰੋ, ਬਪਤਿਸਮਾ ਲਓ ਤਾਂ ਤੁਹਾਨੂੰ ਪਵਿੱਤਰ ਆਤਮਾ ਦਾਨ ਵਿੱਚ ਮਿਲੇਗਾ। ਇੱਥੇ ਤੌਬਾ ਕੀਤੀ ਤੇ ਪਵਿੱਤਰ ਆਤਮਾ ਪਹਿਲੇ ਮਿਲ ਗਿਆ। ਲੇਕਿਨ ਪਤਰਸ ਕਹਿੰਦਾ ਹੈ ਚੇਲਿਆਂ ਦੇ ਕਰਤੱਵ 10 ਦੀ 44 ਤੋਂ 47 ਤੱਕ ਕਿ ਬਈ ਹੁਣ ਇਹਨਾਂ ਨੂੰ ਪਾਣੀ ਦੇ ਬਪਤਿਸਮੇ ਕੋਲੋਂ ਕੌਣ ਰੋਕ ਸਕਦਾ ਹੈ। ਮਤਲਬ ਇਹ ਨਹੀਂ ਕਿ ਤੌਬਾ ਕਰ ਲਈ, ਪਾਕ ਰੂਹ ਦਾ ਬਪਤਿਸਮਾ ਹੋ ਗਿਆ, ਪਾਣੀ ਦਾ ਵੀ ਜ਼ਰੂਰੀ ਹੈ। ਨਹੀਂ ਜ਼ਰੂਰੀ ਨਹੀਂ, ਜ਼ਰੂਰੀ ਨਹੀਂ। ਇਹ ਪਹਿਲਾਂ ਵੀ ਪਾਣੀ ਪਵਿੱਤਰ ਆਤਮਾ ਦਾ ਬਪਤਿਸਮਾ ਆਪਾਂ ਬਾਈਬਲ 'ਚ ਦੇਖਿਆ ਪਹਿਲਾਂ ਵੀ ਹੋ ਸਕਦਾ ਹੈ, ਪਾਣੀ ਦੇ ਬਪਤਿਸਮੇ ਤੌਬਾ ਤੋਂ ਬਾਅਦ, ਪਾਣੀ ਦੇ ਬਪਤਿਸਮੇ ਤੋਂ ਪਹਿਲੇ ਜਾਂ ਬਾਅਦ, ਬਹੁਤ ਹੋ ਸਕਦਾ ਹੈ। ਬਿਲਕੁਲ ਜੀ, ਬਿਲਕੁਲ। ਅਗਰ ਨਹੀਂ ਹੋਇਆ, ਹਾਲੇ ਤੱਕ ਨਹੀਂ ਹੋਇਆ, ਤਾਂ ਪਾਣੀ ਦੇ ਬਪਤਿਸਮੇ ਤੋਂ ਬਾਅਦ ਹੋ ਸਕਦਾ ਹੈ। ਪਹਿਲਾਂ ਵੀ ਕਿਸੇ ਟਾਈਮ ਵੀ ਹੋ ਸਕਦਾ ਹੈ, ਯਿਸੂ ਨੂੰ ਵਿਸ਼ਵਾਸ ਕਰਦਾ ਸੀ। ਹਾਂਜੀ, ਮੇਰਾ ਮਤਲਬ ਇਹ ਸੀਗਾ। ਹਾਂਜੀ, ਤੇ ਫਿਰ ਆਪਾਂ ਦੇਖ ਲੈਂਦੇ ਹਾਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਪੀਣ ਦੀ, ਪਵਿੱਤਰ ਆਤਮਾ ਦੇ ਵਿੱਚੋਂ ਪੀਣ ਦੀ ਗੱਲ ਕਰ ਰਹੇ ਹਾਂ, ਪੀਣ ਦੀ ਗੱਲ, ਕਿਉਂਕਿ ਉਹ ਹੈਗਾ ਪਹਿਲਾ ਕਰੰਥੀਆਂ 12 ਦੀ 12 ਤੇ 13 ਵਿੱਚ ਵੀ ਆਪਾਂ ਦੇਖ ਸਕਦੇ ਉਹ ਜ਼ਰੂਰ ਪੜ੍ਹ ਦਿਓ। ਹਾਂਜੀ, ਹਾਲੇਲੂਇਆ। ਹਾਂ, ਫਿਰ ਬੋਲਣਾ ਪਹਿਲਾ ਕਰੰਥੀਆਂ 12 ਦੀ 12, 12 13 ਪੜ੍ਹ ਦਿਓ। 12 13। ਇੱਕ ਸਰੀਰ ਬਹੁਤੇ ਅੰਗ, ਜਿਸ ਤਰ੍ਹਾਂ ਸਰੀਰ ਇੱਕ ਹੈ ਤੇ ਉਹਦੇ ਅੰਗ ਬਹੁਤੇ ਹਨ, ਅਤੇ ਸਰੀਰ ਦੇ ਸਾਰੇ ਅੰਗ ਭਾਵੇਂ ਬਹੁਤੇ ਹਨ ਪਰ ਤਾਂ ਵੀ ਰਲ ਕੇ ਇੱਕੋ ਸਰੀਰ ਹੋਇਆ। ਸੋ ਇਸੇ ਤਰ੍ਹਾਂ ਮਸੀਹ ਵੀ ਹੈ, ਕਿਉਂਕਿ ਜੋ ਅਸਾਂ ਸਭਨਾਂ ਨੂੰ, ਕਿ ਯਹੂਦੀ, ਕਿ ਯੂਨਾਨੀ, ਕਿ ਗੁਲਾਮ, ਕਿ ਆਜ਼ਾਦ, ਤੇ ਇੱਕ ਸਰੀਰ ਵੰਡ ਦੇ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ, ਅਤੇ ਅਸਾਂ ਸਭਨਾਂ ਨੂੰ ਇੱਕ ਆਤਮਾ ਪੜਾਇਆ ਗਿਆ। ਇੱਕ ਆਤਮਾ ਪੜਾਇਆ ਗਿਆ ਜੀ। ਹਾਂ, ਇੱਥੇ ਫਿਰ ਇਹ ਮਤਲਬ ਪਵਿੱਤਰ ਆਤਮਾ ਦੇ ਵਿੱਚੋਂ ਪੀਣਾ, ਪਵਿੱਤਰ ਆਤਮਾ ਇਹ ਵੀ ਇਸ ਗੱਲ ਨੂੰ ਵੀ ਦਰਸਾਉਂਦਾ। ਹਾਂਜੀ, ਠੀਕ ਹੈ। ਤੇ ਬਿਲਕੁਲ। ਫਿਰ ਹਾਂਜੀ, ਫਿਰ ਆਪਾਂ ਮਸੀਹ ਦੇ ਬਦਨ ਦਾ ਅੰਗ ਬਣ ਜਾਂਦੇ ਆ। ਇਹਨਾਂ ਨੇ ਇਹ ਵੀ ਪੜ੍ਹਿਆ ਹੈਗਾ ਨਾ, ਇਹ ਵੀ ਹੈ। ਹਾਂ, ਮਸੀਹ ਦੇ ਨਾਲ ਜੁੜ ਜਾਂਦੇ ਹੈਗੇ, ਇਹਦੇ ਨਾਲ ਮਸੀਹ ਦੇ ਨਾਲ ਜੁੜਨ ਨੂੰ ਵੀ ਇਹ ਦਰਸਾਉਂਦਾ। ਹਾਂਜੀ, ਹਾਂਜੀ, ਬਿਲਕੁਲ ਜੀ। ਹੋਰ ਕੁਛ ਤੁਸੀਂ, ਹੋਰ ਕੋਈ ਜ਼ਿਹਨ ਸਵਾਲ ਐਸਾ ਹੈ ਨਾ? ਹਾਂਜੀ, ਕੁਛ ਭਾਈ ਹੋਰਾਂ ਨੇ, ਹਾਂਜੀ, ਹਾਲੇਲੂਇਆ, ਕੋਈ ਜ਼ਿਹਨ ਸਵਾਲ ਆ ਰਿਹਾ? ਦੇਖੋ ਜੀ, ਜਵਾਬ ਤੇ ਬਾਈਬਲ ਦੇ ਵਿੱਚ ਹੀ ਹੈ ਜੀ। ਕੋਈ ਜ਼ਿਹਨ ਚ ਆ ਰਿਹਾ? ਬਸ ਫਿਰ ਹੈ ਜਿਹੜਾ ਮਸੀਹ ਨੂੰ ਮੰਨਦਾ ਹੈ ਉਹਦੇ ਲਈ ਬਪਤਿਸਮਾ ਜ਼ਰੂਰੀ ਹੈ। ਹਾਂ, ਆਗਿਆਕਾਰੀ ਹੈਗਾ। ਠੀਕ ਹੈ। ਹਾਂਜੀ, ਬਿਲਕੁਲ ਜੀ। ਹੋਰ ਕੋਈ ਜ਼ਿਹਨ ਚ? ਤੇ ਬਸ ਠੀਕ ਹੈ, ਇਹ ਜ਼ਰੂਰੀ ਹੈ, ਤੇ ਚਾਹੇ ਕੋਈ ਵੀ ਵਿਰੋਧ ਕਰੇ, ਸਾਨੂੰ ਲੈਣਾ ਜ਼ਰੂਰੀ ਹੈ। ਯਿਸੂ ਦਾ ਯਿਸੂ ਦਾ ਹੁਕਮ ਹੈ, ਪਿਤਾ ਦਾ ਹੁਕਮ ਹੈ। ਬਿਲਕੁਲ। ਤੇ ਪਵਿੱਤਰ ਆਤਮਾ ਦਾ ਵੀ ਹੁਕਮ, ਪਵਿੱਤਰ ਆਤਮਾ ਦਾ ਹੁਕਮ ਹੈ ਸਾਡੇ। ਤ੍ਰਿਏਕ ਪਰਮੇਸ਼ਰ। ਹੋਰ ਸਰ ਜੀ, ਕੋਈ ਇਹਦੇ ਮੁਤਲਕ ਕੋਈ ਹੋਰ ਸਵਾਲ ਜਿਹੜਾ? ਹੋਰ ਜੀ ਹੈਗਾ ਜੀ, ਇਹ ਕਦੋਂ ਲੈਣਾ ਚਾਹੀਦਾ ਆ? ਅੱਛਾ, ਤੇ ਕੀ ਇਹ ਹੈਗਾ ਵੀ ਮੈਂ ਹਾਲੇ ਯਿਸੂ ਤਾਂ ਵਿਸ਼ਵਾਸ ਕਰਦਾ, ਹਾਲੇ ਮੈਂ ਠਹਿਰ ਲਵਾਂ, ਹਾਲੇ ਨਹੀਂ, ਹਾਲੇ ਮੈਂ ਤਿਆਰ ਨਹੀਂ, ਹਾਲੇ ਮੈਂ ਹੋਰ, ਤਾਂ ਕਿੰਨਾ ਕੁ ਚਿਰ ਬਾਅਦ ਲੈਣਾ ਚਾਹੀਦਾ ਹੈ? ਦੇਖੋ ਜੀ, ਚੇਲਿਆਂ ਦੇ ਦੇਖੋ, ਜਦੋਂ ਬੰਦਾ ਪ੍ਰਭੂ ਯਿਸੂ ਤੇ ਵਿਸ਼ਵਾਸ ਕਰ ਲੇ ਜੀ, ਈਮਾਨ ਲੈ ਆਏ, ਉਦੋਂ ਲੈਣਾ ਚਾਹੀਦਾ। ਚੇਲਿਆਂ ਦੇ ਕਰਤੱਵ 8 ਦੀ 37 ਤੇ ਮਰਕਸ 16:16। ਠੀਕ ਹੈ, ਹਾਂਜੀ, ਇਹ ਇਹਦਾ ਜਵਾਬ ਹੈ। ਮਰਕਸ 16 ਦੀ 16, ਚੇਲਿਆਂ ਦੇ ਕਰਤੱਵ 8 ਦੀ 37। 8 ਦੀ, ਹਾਂ, ਉਹ ਪੜ੍ਹ ਦਿੰਦੇ ਆ। ਹਾਂਜੀ, ਹਾਂ, 8 ਦੀ ਆਪਣੇ 37 ਤੋਂ 40 ਪੜ੍ਹਦੇ ਹੋ ਬੇਸ਼ੱਕ ਜੀ। ਚੇਲਿਆਂ ਦੇ ਕਰਤੱਵ 8 ਦੀ ਤੁਸੀਂ ਕੱਢ ਕੇ ਰੱਖਿਆ। ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਰਸੂਲਾਂ ਦੀ ਕਰਤੱਵ 8 ਦੀ 37। ਹਾਂਜੀ। ਫਿਲਿਪਸ ਨੇ ਕਿਹਾ, ਜੇਕਰ ਤੂੰ ਪੂਰੇ ਮਨ ਨਾਲ ਵਿਸ਼ਵਾਸ ਕਰਦਾ ਹੈ ਤਾਂ ਲੈ ਸਕਦਾ ਹੈ। ਹਫਸੀ ਖੋ ਜਾਣਾ ਗੱਲ। 36 ਚੱਲ ਪੜ੍ਹ ਦੋ ਹੋਰ। ਅਤੇ ਉਹ 36 ਚ ਲਿਖਿਆ ਹੈ, ਰਸੂਲਾਂ ਦੇ ਕਰਤੱਵ 8:36 ਚ, ਅਤੇ ਉਹਦੇ ਰਾਹ ਤੇ ਜਾਂਦੇ ਜਾਂਦੇ ਇੱਕ ਪਾਣੀ ਦੇ ਕੋਲ ਅੱਪੜੇ
ਤਾਂ ਉਸ ਦੇ ਖੋਜੇ ਨੇ ਕਿਹਾ ਖੋਜੀ ਖੋਜੀ ਨੇ ਕਿਹਾ, ਵੇਖ ਪਾਣੀ ਹੈਗਾ, ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ। ਤੇ ਇਹ ਇਸ ਤੋਂ ਪਹਿਲਾਂ ਹੈਗਾ ਜੀ ਉਹ ਪਾਲੂਸ। ਪੂਰੀ ਆਪਣੇ ਜਿਹੜਾ ਫਿਲਿੱਪਸ ਹੈਗਾ ਹਨਾ, ਜੀ। ਉਹ ਰੱਥ ਵਿੱਚ ਉਹਦੇ ਬੈਠੇ ਬੈਠੇ ਆਪਾਂ ਥੋੜਾ ਛੋਟਾ ਕਰ ਰਹੇ ਹੈਗੇ, ਜੇ ਆਪਾਂ ਹੋਰ ਜੀ। ਡਿਟੇਲ ਚ ਪੜਨਾ ਹੋਵੇ 26 ਤੋਂ ਪੜ ਸਕਦੇ ਹਾਂ। ਯਰੂਸ਼ਲਮ ਤੋਂ ਇੱਕ ਪੈਂਫਲੇਟ ਸੀ ਉਹਦੇ ਲੈ ਕੇ ਕੋਲ, ਆਇਆ। ਯਸਾਇਆ 53 ਬਾਬ ਦਾ। ਹਾਂ, ਉਹ ਪੜ ਰਿਹਾ ਸੀਗਾ ਯਿਸੂ ਦੀਆਂ ਗੱਲਾਂ, ਤੇ ਉਹਨੂੰ ਸਮਝ ਨਹੀਂ ਲੱਗਾ। ਫਿਲਿੱਪਸ ਨੇ ਉਹਨੂੰ ਸਮਝਾਇਆ, ਆਹ ਗੱਲ ਹੋਈ ਆ, ਗੱਲਾਂ ਕਰਦੇ ਕਰਦੇ ਮੋਹਰੇ ਪਾਣੀ ਆ ਗਿਆ। ਅੱਛਾ, ਹੁਣ ਤਾਂ ਵਿਸ਼ਵਾਸ ਕਰਦਾ, ਹੁਣ ਮੈਨੂੰ ਹਾਂ। ਸੋ ਫਿਲਿੱਪਸ ਨੇ ਇੱਕ ਬੜੀ ਖਾਸ ਗੱਲ ਕੀਤੀ ਹੈ। ਉਹਨੇ ਕਿਹਾ, ਗੱਲ ਸੁਣ, ਉਹ ਕਹਿੰਦਾ ਪਾਣੀ ਹੈਗਾ, ਪਾਣੀ ਦਾ ਬਪਤਿਸਮਾ ਦੇ। ਉਹਨੇ ਕਿਹਾ ਨਹੀਂ, ਮੂੰਹੋਂ ਇਕਰਾਰ ਕਰ ਕਿ ਤੂੰ ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਨਾ ਹੈ। ਉਹ ਜਦੋਂ ਉਹਨੇ ਮੂੰਹ ਦਾ ਇਕਰਾਰ ਕੀਤਾ, ਉਹਨੇ ਕਿਹਾ ਹੁਣ ਆ ਜਾ ਪਾਣੀ 'ਚ। ਬਿਲਕੁਲ। ਸੋ ਯਿਸੂ ਨੂੰ ਜਾਂ ਕੀ ਕਹਿ ਲਓ, ਮੁਕਤੀ ਪ੍ਰਾਪਤ ਕਰਨ ਤੋਂ ਬਾਅਦ ਇਹ ਬਪਤਿਸਮਾ ਹੈ। ਬਿਲਕੁਲ। ਹਾਂ, ਪੜ੍ਹ ਦਿਓ। ਰਸੂਲਾਂ ਦੀ ਕਰਤੂਤ 8:37 ਫਿਲਿਪਸ ਨੇ ਕਿਹਾ, ਜੇਕਰ ਤੂੰ ਪੂਰੇ ਮਨ ਦੇ ਨਾਲ ਵਿਸ਼ਵਾਸ ਕਰਦਾ ਹੈ ਤਾਂ ਲੈ ਸਕਦਾ ਹੈ। ਉਸਨੇ ਉੱਤਰ ਦਿੱਤਾ, ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ। ਰੋਮੀਓ 10:9 ਤੇ 10 ਆਇਤ ਦੇ ਵਿੱਚ ਆਈ ਇਹ ਤਰੀਕਾ ਜੀ। ਹਾਂਜੀ ਹਾਂਜੀ ਹਾਂ, ਅੱਗੇ ਪੜ੍ਹ ਦਿਓ। ਤੇ ਤਦ ਉਸਨੇ ਰੱਥ ਖੜਾ ਕਰਨ ਦਾ ਹੁਕਮ ਕੀਤਾ ਅਤੇ ਫਿਲਿਪਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਉਤਰੇ ਅਤੇ ਉਹਨਾਂ ਨੇ ਉਸ ਨੂੰ ਬਪਤਿਸਮਾ ਦਿੱਤਾ। ਹਾਂ ਹਾਂਜੀ, ਬਿਲਕੁਲ ਜੀ। ਤੇ ਆਪਾਂ ਦੇਖਦੇ ਹੈਗੇ ਜੀ, ਇਹਨੇ ਕੋਈ ਇੰਤਜ਼ਾਰ ਨਹੀਂ ਕੀਤਾ। ਨਹੀਂ। ਹਾਂਜੀ, ਵਿਸ਼ਵਾਸ ਕੀਤਾ, ਲਓ ਜੀ ਮੋਰੇ ਪਾਣੀ ਆ ਗਿਆ, ਬਪਤਿਸਮਾ ਵੀ। ਹਾਲੇਲੂਇਆ। ਹੋਰ ਵੀ ਆਪਾਂ ਬਹੁਤ ਕਿਸ ਹੈਗੇ ਆ। ਜਿਸ ਤਰ੍ਹਾਂ ਯਾਦ ਆ ਗਿਆ ਕਿ ਪਾਲੂਸ ਤੇ ਸਲਾਸ ਜੇਲ੍ਹ 'ਚ ਨੇ। ਹਾਂ। ਤੇ ਉਹ ਸੂਬੇਦਾਰ, ਉਹ ਜ਼ਲਜ਼ਲਾ ਆਇਆ, ਕਲੀਸਿਆ ਇੱਕ ਮਨ 'ਚ ਧੋ ਕੇ ਦੁਆ ਕਰ ਰਹੀ ਸੀ ਚਰਚ, ਤੇ ਜ਼ਲਜ਼ਲਾ ਆਇਆ ਤੇ ਬੇੜੀਆਂ ਖੁੱਲ ਗਈਆਂ ਤੇ ਉਹ ਆਪਣੇ ਆਪ ਨੂੰ ਮਾਰਨ ਲੱਗਾ। ਉਹਨਾਂ ਕਿਹਾ, ਕੀ ਕਰਨ ਲੱਗਾ? ਕਹਿੰਦਾ ਇਹ ਤੇ ਨੱਸ ਜਾਣਗੇ। ਉਹਨੇ ਕਿਹਾ, ਫਿਕਰ ਨਾ ਕਰ। ਸੋ ਗੱਲ ਇਹ ਹੈ ਕਿ ਉਹ ਜਿਹੜਾ ਸੂਬੇਦਾਰ ਹੈ, ਉਹ ਆਪਣੇ ਘਰ ਰਾਤੀ ਲੈ ਕੇ ਆ ਗਿਆ ਉਹਨਾਂ ਨੂੰ। ਉੱਥੇ ਉਹਨਾਂ ਨੇ ਵਚਨ ਸੁਣਿਆ, ਉਸ ਦੀ ਫੈਮਿਲੀ ਨੇ। ਉਹਨੇ ਕਿਹਾ ਕਿ ਕੀ ਕਰਨਾ ਹੈ? ਉਹਨੇ ਕਿਹਾ, ਕਰਨਾ ਕੀ ਹੈ, ਪਹਿਲੇ ਤੂੰ ਵਿਸ਼ਵਾਸ ਲਿਆ, ਤੂੰ ਲਿਆ ਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਊਗਾ। ਚਿੱਲੇ ਕਰਤੂਤ 16:31 ਚ ਕਿਹਾ ਉਹਨਾਂ ਨੇ, ਜੇ ਉਹਨਾਂ ਨੇ ਵਿਸ਼ਵਾਸ ਕੀਤਾ, ਤੂੰ ਪ੍ਰਭੂ ਯਿਸੂ ਤੇ ਵਿਸ਼ਵਾਸ ਕਰ ਤਾਂ ਤੂੰ ਤੇਰਾ ਪਰਿਵਾਰ ਮੁਕਤੀ ਪਾਏਗਾ। ਉਹਨਾਂ ਨੇ ਦੇਰ ਨਹੀਂ ਕੀਤੀ। ਰਾਤ ਦਾ ਟਾਈਮ ਹੈ, ਉਹ ਜ਼ਖਮੀ ਸਨ, ਜਿੰਜ ਵੀ ਪਾਲੂਸ ਸਲਾਸ, ਉੱਥੇ ਜਾਓ ਨਾ। ਸੋ ਬਪਤਿਸਮਾ ਲੈਣ ਦੀ ਦੇਰ ਨਹੀਂ ਕਰਨੀ। ਬਿਲਕੁਲ ਜੀ, ਉਸੇ ਵੇਲੇ ਅੱਧੀ ਰਾਤ ਨੂੰ ਉਸੇ ਵੇਲੇ ਵੀ ਨਹੀਂ, ਉਸੇ ਵੇਲੇ ਦੇ। ਤੇ ਫਿਰ ਇਹਦਾ ਮਤਲਬ ਕਿ ਜਿਹੜਾ ਆਪਾਂ ਕਹਿੰਦੇ ਹਾਲੇ ਨਹੀਂ, ਠਹਿਰ ਕੇ ਸੀ। ਕਾਹਦੇ ਲਈ? ਹਾਂ, ਕਾਹਦੇ ਲਈ ਠਹਿਰਨਾ? ਜਦ ਵਿਸ਼ਵਾਸ ਕਰਦੇ ਹਾਂ ਤੇ ਅਸਲੀ ਕੰਮ ਤੇ ਹੋ ਗਿਆ ਅੰਦਰ। ਹਾਂ। ਤੇ ਫਿਰ ਇਹ ਇੱਕ ਸੋਚ ਆਂਦੀ ਏ ਖੁਦਾ ਪਰਮੇਸ਼ਵਰ ਦਾ ਤੇ ਇਹ ਵੀ ਜਲਦੀ ਕਰੋ। ਤੇ ਸੋਚ ਆਂਦੀ ਏ ਮੈਂ ਥੋੜਾ ਆਪਣੀ ਜ਼ਿੰਦਗੀ ਨੂੰ ਸਿੱਧ ਕਰ ਲਾਂ, ਠੀਕ ਹੋ ਜਾ। ਬਈ ਤੂੰ ਕੀ ਕਰਨਾ? ਇਹ ਤੇ ਕੰਮ ਤੇਰੇ ਅੰਦਰ ਹੋ ਗਿਆ, ਉਹਦਾ ਬੈਰੂਨੀ ਨਿਸ਼ਾਨ ਨੇ ਆਊਟਰ ਸਾਈਨ ਨਹੀਂ ਕਰ ਲੈ। ਉੱਥੇ ਇਹ ਡਕਾ ਨਹੀਂ ਯਾਰ, ਹਾਲਾਂ ਵਿੱਚ ਵੀ ਮੇਰੀਆਂ ਵਿੱਚ ਫਲਾਣੀਆਂ ਆਦਤਾਂ ਨੇ, ਉਹ ਠੀਕ ਕਰ। ਭਾਈ ਅਸੀਂ ਨਹੀਂ ਕਰ ਸਕਦੇ। ਯਿਸੂ ਅੱਜ ਵੀ ਕਹਿੰਦਾ, ਉਹ ਜਿਹੜੇ ਪਾਪ ਤੁਹਾਡੇ ਕੋਲ ਨਹੀਂ, ਜਿਨ੍ਹਾਂ ਤੋਂ ਜਾਨ ਛੁੱਟ ਰਹੀ, ਆ ਜਾਓ ਅੱਜ ਵੀ ਮੇਰੇ ਕੋਲ। ਸੋ ਇਹ ਉਸ ਸ਼ੈਤਾਨ ਚਾਹੁੰਦਾ ਹੀ ਨਹੀਂ ਕਿ ਲੋਕਾਂ ਸਾਹਮਣੇ ਇਹ ਟੈਸਟਮਨੀ ਜਾਂ ਗਵਾਹੀ ਹੋਵੇ, ਔਰ ਉਹ ਕਹੇ ਜੀ ਕਿ ਮੈਂ ਮਤਲਬ ਪਬਲਿਕਲੀ ਡਿਕਲੇਰੇਸ਼ਨ ਹੋਣੀ ਚਾਹੁੰਦਾ। ਠੀਕ ਹੈ। ਸੋ ਇਹ ਇੱਕ ਬਿਲਕੁਲ ਲੈਣਾ ਚਾਹੀਦਾ ਜੀ, ਮੇਰੀ ਜ਼ਿੰਦਗੀ ਠੀਕ ਨਹੀਂ ਫਲਾਣੀ। ਬਈ ਜਦੋਂ ਤੂੰ ਯਿਸੂ ਨੂੰ ਕਬੂਲ ਕਰ ਲਿਆ, ਪਵਿੱਤਰ ਆਤਮਾ ਤੁਹਾਡੇ ਅੰਦਰ ਵਾਸ ਕਰ ਰਿਹਾ ਹੈ, ਤੇ ਹੁਣ ਕੀ ਕਰਨਾ ਹੈ? ਹੁਣ ਤੇ ਇਹ ਹੀ ਹੈ ਕਿ ਉਹ ਅਸਲੀ ਕੰਮ ਤੇ ਹੋ ਗਿਆ, ਜਾਂ ਤੇ ਪਹਿਲੇ ਸੋਚਦੇ। ਤੇ ਦੇਖੋ, ਪ੍ਰਭੂ ਯਿਸੂ ਨੇ ਕਿਹਾ ਕਿ ਮੈਂ ਗੁਆਚੇ ਹੋਰਾਂ ਨੂੰ, ਜਿਹੜੇ ਗੁਆਚੇ ਨੇ ਜਾਂ ਪਾਪੀਆਂ ਨੂੰ ਢੂੰਡਣ ਤੇ ਮੁਕਤੀ ਦੇਣ ਲਈ ਆਇਆ। ਗੁਆਚੇ ਜਿਹੜੇ ਸਾਰੀ ਮਨੁੱਖਤਾ ਉਸ ਪਰਮੇਸ਼ਵਰ ਅੱਗੇ ਬੜੇ ਇੰਪੋਰਟੈਂਟ ਲੋਕ ਨੇ। ਇਸ ਲਈ ਪ੍ਰਭੂ ਯਿਸੂ ਨੇ ਕਿਹਾ ਯਹੂਦੀਆਂ ਨੂੰ, ਯਾਰ ਮੇਰੀਆਂ ਹੋਰ ਵੀ ਭੇਡਾਂ ਨੇ ਜਿਨ੍ਹਾਂ ਨੂੰ ਮੈਂ ਲਿਆਣਾ। ਠੀਕ ਹੈ। ਸੋ ਲਿਹਾਜ਼ਾ ਦੇਰ ਨਹੀਂ ਕਰਨੀ ਚਾਹੀਦੀ। ਬਿਲਕੁਲ। ਔਰ ਇਹ ਕੋਈ ਬਹਾਨਾ ਨਹੀਂ ਜੀ ਉਹ ਫਿਰ ਮੇਰੇ ਕੋਲ ਪਾਪ ਨਾ ਹੋ ਜਾਣ। ਉਹ ਬਾਈ ਗੱਲ ਇਹ ਹੈ, ਉਹ ਗੱਲਬਾਤ ਦੀ ਛੱਡੋ, ਤੁਸੀਂ ਪਹਿਲੇ ਆਗਿਆਕਾਰੀ ਜਾਓਗੇ ਤੇ ਅਗਲੇ ਕੰਮ ਆਪੀ ਯਿਸੂ ਸਾਂਭ ਲਏਗਾ। ਕੀ ਖਿਆਲ ਹੈ ਜੀ? ਬਿਲਕੁਲ ਜੀ, ਬਿਲਕੁਲ।
ਕਿਉਂਕਿ ਜਿੰਨਾ ਜਿੰਨਾ ਆਪਾਂ ਆਗਿਆਕਾਰੀ ਚਾਹਾਂਗੇ, ਜਿੰਨਾ ਜਿੰਨਾ ਪਰਮੇਸ਼ਰ ਦੇ ਨਜ਼ਦੀਕ ਹੁੰਦੇ ਜਾਂਦੇ ਹੈਗੇ ਆ, ਹਾਂਜੀ, ਤੇ ਉਹ ਅਸੀਂ ਹੋਰ ਮਸੀਹ ਵਿੱਚ ਵੱਧਦੇ ਹਾਂ, ਰੂਹ ਦੇ ਵਿੱਚ ਵੱਧਦੇ ਹੈਗੇ ਆ। ਜੇ ਅਗਰ ਆਪਾਂ ਇਸ ਦਿਨ ਹੋਰ ਗੱਲਾਂ ਇਹ ਨਹੀਂ, ਮੈਂ ਇਹੋ ਜਿਹੀਆਂ ਟੈਸਟੀਮਨੀਆਂ ਵੀ ਸੁਣੀਆਂ ਹੈਗੀਆਂ ਜੀ। ਕਈ ਲੋਕਾਂ ਨੇ ਕਿਹਾ ਜੀ ਮੈਂ ਬਹੁਤ ਗਲਤੀ ਕਰ ਲਈ, ਰੋ ਰੋ ਕੇ ਕਹਿੰਦੇ ਹੈਗੇ, ਮੈਂ ਬਹੁਤ ਗਲਤੀ ਕਰ ਲਈ, ਮੈਂ ਇੰਨੇ ਸਾਲ 10 ਸਾਲ ਪਹਿਲਾਂ ਯਿਸੂ 'ਚ ਆਇਆ ਸੀਗਾ ਜਾਂ ਆਈ ਸੀ, ਤੇ ਮੈਂ ਬਸ ਐਵੇਂ ਘੋਲ ਕਰ ਲਈ ਬਪਤਿਸਮਾ ਲੈਣ ਦੀ, ਤੇ ਜਦੋਂ ਕੋਈ ਮੁਸ਼ਕਲ ਆਈ ਫਿਰ ਰੱਬ ਕੋਲ ਦੌੜੇ, ਫਿਰ ਕਿਹਾ ਯਿਸੂ ਇੱਦਾਂ, ਮੈਂ ਤਾਂ ਬਪਤਿਸਮਾ ਵੀ ਲੈ ਲੈਂਦੇ ਹਾਂ। ਫਿਰ ਬਪਤਿਸਮਾ ਲੈਣ ਦੇ ਨਾਲ ਫਿਰ ਬਾਅਦ ਵਿੱਚ ਮਹੀਨੇ ਬਾਅਦ ਦੱਸਦੇ ਆ, ਕਹਿੰਦੇ ਮੇਰੇ ਬੜੇ ਸਾਲਾਂ ਦੇ ਰੁਕੇ ਉਹ ਕੰਮ ਇੱਕਦਮ ਆਪੇ ਹੀ ਠੀਕ ਹੋਣ ਲੱਗ ਪਿਆ, ਤੇ ਦੁਨਿਆਵੀ ਬਰਕਤ ਵੀ ਆਉਂਦੀ ਆ। ਹਾਂਜੀ, ਇਹ ਆਪਾਂ ਰੋਕ ਰੱਖਦੇ ਹਾਂ। ਹਾਲੇਲੂਇਆ। ਇਹ ਬਲੈਸਿੰਗ ਨੂੰ ਦੇਖੋ, ਇਹ ਵੀ ਇੱਕ ਬਲੈਸਿੰਗ ਰੁਕੀ ਹੁੰਦੀ ਹੈ। ਕਿਉਂ? ਆਗਿਆਕਾਰੀ ਦੀ ਗੱਲ। ਬਿਲਕੁਲ, ਯਿਸੂ ਸਭ ਤੋਂ ਵੱਡਾ ਨਮੂਨਾ ਹੈ। ਉਹਨੇ ਸਾਨੂੰ ਦੇ ਦਿੱਤਾ, ਇਸ ਲਈ ਵੀ ਲਿਆ। ਦੂਜਾ, ਇਸਰਾਈਲੀ ਕੌਮ ਦੇ ਵਿੱਚ ਯਹੂਦੀਆਂ 'ਚ ਖਿਦਮਤ ਕਰਨੀ ਸੀ, ਉਹ ਵੀ ਇੱਕ ਰਿਕੁਆਇਰਮੈਂਟ ਸੀ। ਤੀਸਰੀ ਕਿ ਅਸਲ ਵਿੱਚ ਪਿਤਾ ਪਰਮੇਸ਼ਵਰ ਦੀ ਯੋਜਨਾ ਨੂੰ ਪੂਰਾ ਕਰਨਾ, ਇਰਾਦੇ ਨੂੰ, ਮਕਸਦ ਨੂੰ। ਦੇਖੋ, ਪ੍ਰਭੂ ਯਿਸੂ ਮਸੀਹ 30 ਇਅਰਸ ਤੱਕ ਪਿਤਾ ਨੇ ਨਹੀਂ ਬੋਲਿਆ, ਜਦੋਂ ਨੇ ਉਸ ਆਗਿਆਕਾਰੀ ਨੂੰ ਪੂਰਾ ਕੀਤਾ, ਸਵਰਗ ਖੁੱਲ ਗਿਆ ਔਰ ਆਵਾਜ਼ ਆਈ। ਲੋਕਾਂ ਨੂੰ ਕਹਿੰਦੇ ਨੇ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖੁਸ਼ ਹਾਂ ਕਿ ਇਹਨੇ ਮੇਰੀ ਇਸ ਪਰਪਸ ਇਰਾਦੇ ਨੂੰ ਪੂਰਾ ਕੀਤਾ ਹੈ। ਤੇ ਅੱਜ ਯਿਸੂ ਇਹ ਦੱਸਣ ਡਿਆ ਕਿ ਇਹ ਜੇ ਮੈਂ ਕੀਤਾ ਤੁਸੀਂ ਵੀ ਕਰ ਲਓ। ਪਿਤਾ ਪੁੱਤਰ ਮੈਂ ਵੀ ਖੁਸ਼ ਹੋਵਾਂਗਾ ਤੇ ਪਵਿੱਤਰ ਆਤਮਾ ਵੀ ਖੁਸ਼ ਹੋਵੇ। ਬਿਲਕੁਲ ਜੀ, ਠੀਕ ਹੈ, ਬਹੁਤ ਜ਼ਰੂਰੀ। ਸੋ ਇਹ ਜ਼ਰੂਰ ਬਹੁਤ ਅੱਛਾ। ਤੁਸੀਂ ਕੀ ਸਮਝੇ? ਹਾਲੇਲੂਇਆ। ਜ਼ਰੂਰੀ, ਬਹੁਤ ਜ਼ਰੂਰੀ ਹੈ, ਜ਼ਰੂਰੀ ਹੈ, ਤੇ ਦੇਰ ਵੀ ਨਹੀਂ ਕਰਨੀ ਚਾਹੀਦੀ। ਦੇਰ ਨਹੀਂ ਕਰਨੀ ਚਾਹੀਦੀ। ਹਾਲੇ ਆਪਾਂ ਬਸ ਕਰੀਏ ਇੱਥੇ ਜੀ, ਦੇਖ ਲਓ ਅਗਰ ਕੋਈ ਹੋਰ ਸਵਾਲ। ਨਹੀਂ ਹੋ ਤਾਂ ਵੈਸੇ ਤਕਰੀਬਨ ਤੁਸੀਂ ਬਹੁਤ ਵਧੀਆ ਸਾਰਾ ਨਹੀਂ ਕੁਛ ਉਹ cover ਤੇ ਕਰ ਲਿਆ। ਤੁਸੀਂ ਸਾਰਾ ਕੁਝ ਕੱਢਿਆ ਤਾਂ ਹੈ, ਮੈਂ ਤਾਂ ਖੁਦਾਵੰਦ ਨੂੰ ਬੜੀ ਬਰਕਤ ਦੇ। ਇੱਥੇ ਫਿਨਿਸ਼ ਕਰਦੇ ਹਾਂ ਜੀ। ਦੁਆ ਕਰੋ ਭਾਈ ਲਈ। ਹਾਂਜੀ, ਹਾਲੇਲੂਇਆ। ਦੁਆ ਮੈਂ ਕਰਾਂ? ਨਹੀਂ, ਤੁਸੀਂ ਇਹਨਾਂ ਲਈ ਦੁਆ ਕਰ ਦਿਓ ਓਕੇ ਜੀ। ਕਿ ਇਹ ਜਿਹੜਾ ਨੇਕ ਕੰਮ ਕਰਨ ਜਾ ਰਹੇ ਨੇ, ਹਾਲੇਲੂਇਆ, ਆਗਿਆਕਾਰੀ ਖੁਦਾਵੰਦ ਪੂਰਾ ਕਰੇ। ਹਾਂ, ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ। ਅਸੀਂ ਵਚਨ ਦੇ ਵਿੱਚੋਂ ਜੋ ਕੁਝ ਵੀ ਪੜ੍ਹਿਆ, ਸੁਣਿਆ, ਸਿੱਖਿਆ, ਅੱਜ ਗੱਲਬਾਤ ਕੀਤੀ, ਪਰਮੇਸ਼ਰ ਪਿਤਾ ਉਹ ਸਾਡੇ ਅੰਦਰ ਵਸਦੇ, ਅਸੀਂ ਉਸ 'ਤੇ ਚੱਲ ਸਕੀਏ ਪਰਮੇਸ਼ਰ ਪਿਤਾ। ਔਰ ਜੋ ਵੀ ਭੈਣ ਭਰਾ, ਮਸੀਹੀ ਭੈਣ ਭਰਾ ਹਾਲੇ ਬਪਤਿਸਮਾ ਲੈਣ ਦੇ ਵਿੱਚ ਦੇਰੀ ਕਰ ਰਹੇ ਹਨ, ਉਹਨਾਂ ਨੂੰ ਇਹ ਬਰਕਤ ਮਿਲੇ ਕਿ ਉਹ ਵੀ ਦੇਰ ਨਾ ਕਰਨ ਔਰ ਪਾਣੀ ਦਾ ਬਪਤਿਸਮਾ ਲੈ ਕੇ ਉਸ ਆਗਿਆ ਨੂੰ, ਯਿਸੂ ਮਸੀਹ ਦੀ ਆਗਿਆ ਨੂੰ ਪੂਰਾ ਕਰਨ ਔਰ ਆਪ ਦੇ ਵਿੱਚ, ਮਸੀਹ ਦੇ ਵਿੱਚ ਔਰ ਪਵਿੱਤਰ ਆਤਮਾ ਦੇ ਵਿੱਚ ਵੱਧਦੇ ਜਾਣ ਪਰਮੇਸ਼ਰ ਪਿਤਾ। ਔਰ ਇਹ ਮੈਂ ਆਪਣੇ ਭਰਾ ਦੇ ਲਈ, ਵੱਡੇ ਭਰਾ ਦੇ ਲਈ ਵੀ ਆਪ ਦੀ ਬਰਕਤ ਮੰਗਦਾ ਹਾਂ। ਇਹ ਹੁਣ ਪਾਣੀ ਦਾ ਬਪਤਿਸਮਾ ਲੈਣ ਵੀ ਜਾ ਰਹੇ ਹਨ ਪਰਮੇਸ਼ਰ ਪਿਤਾ। ਆਪ ਜੀ ਦੀ ਮਰਜ਼ੀ ਇਹਨਾਂ ਜ਼ਿੰਦਗੀਆਂ ਦੇ ਵਿੱਚ ਪੂਰੀ ਹੋਵੇ ਪਰਮੇਸ਼ਰ ਪਿਤਾ। ਇਹਨਾਂ ਨੂੰ ਹੋਰ ਵਧਾਓ ਮਸੀਹ ਦੇ ਵਿੱਚ, ਵਿਸ਼ਵਾਸ ਦੇ ਵਿੱਚ। ਇੱਕ ਬਰਕਤ ਜੋ ਆਪ ਨੇ ਇਹਨਾਂ ਦੇ ਲਈ ਰੱਖੀ ਹੋਈ ਹੈ, ਇਹਨਾਂ ਨੂੰ ਮਿਲ ਜਾਏ ਪਰਮੇਸ਼ਰ ਪਿਤਾ। ਇਹਨਾਂ ਦੇ ਜੀਵਨ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਔਰ ਜਿਸ ਮਕਸਦ ਲਈ ਇਹਨਾਂ ਨੂੰ ਬਣਾਇਆ, ਠਹਿਰਾਇਆ, ਉਹ ਇਹਨਾਂ ਦੀ ਜ਼ਿੰਦਗੀ ਵਿੱਚ ਪੂਰਾ ਹੋਵੇ ਔਰ ਆਪ ਦੀ ਸ਼ਾਂਤੀ ਬਣੀ ਰਹੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।